ਵੈਲਕਮ ਸਟੂਡੈਂਟਸ। ਅੱਜ ਬਿਜ਼ਨਸ ਸਟੱਡੀ ਦੇ ਲੈਕਚਰ ਵਿੱਚ ਕਰਾਂਗੇ ਰਿਕਰੂਟਮੈਂਟ ਐਂਡ ਸਿਲੈਕਸ਼ਨ। ਹੁਣ ਰਿਕਰੂਟਮੈਂਟ ਕੀ ਹੈ? ਰਿਕਰੂਟਮੈਂਟ ਇੱਕ ਟਰਮ ਹੈਗੀ ਹੈ, ਇੱਕ ਪ੍ਰੋਸੈਸ ਹੈਗੀ ਹੈ ਜਿਹਦੇ ਵਿੱਚ ਪੋਟੈਂਸ਼ੀਅਲ ਇੰਪਲੋਈਜ਼ ਨੂੰ ਅਟਰੈਕਟ ਕੀਤਾ ਜਾਂਦਾ ਹੈ ਐਂਡ ਉਹਨਾਂ ਦੀ ਸਰਚ ਕੀਤੀ ਜਾਂਦੀ ਹੈ ਐਂਡ ਉਹਨਾਂ ਨੂੰ ਇਨਕਰੇਜ ਕੀਤਾ ਜਾਂਦਾ ਹੈ ਕਿ ਉਹ ਜੋਬ ਪਰਪਸ ਵਾਸਤੇ ਅਪਲਾਈ ਕਰਨ। ਠੀਕ ਹੈ। ਹੁਣ ਅੱਗੇ ਇਹ ਵਿੱਚ ਪ੍ਰੋਸੈਸ ਹੈਗੀ ਹੈ ਕਿ ਇਸ ਪ੍ਰੋਸੈਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਆਈਡੈਂਟੀਫਾਈ ਕੀਤੇ ਜਾਂਦੇ ਡਿਫਰੈਂਟ ਸੋਰਸਿਸ ਆਫ ਪੋਟੈਂਸ਼ੀਅਲ ਇੰਪਲੋਈ ਐਂਡ ਉਹਨਾਂ ਦੀ ਵੈਲਿਡਿਟੀ ਅਸੈਸ ਕੀਤੀ ਜਾਂਦੀ ਹੈ ਐਂਡ ਚੂਜ਼ ਕੀਤਾ ਜਾਂਦਾ ਕਿ ਕਿਹੜਾ ਸੁਟੇਬਲ ਸੋਰਸ ਹੈ ਜਿੱਥੋਂ ਜੋ ਹੈ ਆਪਾਂ ਰਿਕਰੂਟਮੈਂਟ ਕਰ ਸਕਦੇ ਹਾਂ ਐਂਡ ਇਨਵਾਈਟਿੰਗ ਐਪਲੀਕੇਸ਼ਨ ਫਰੋਮ ਦ ਇੰਪਲੋਈਜ਼। ਐਪਲੀਕੇਸ਼ਨ ਜੋ ਇਹਦੇ ਵਿੱਚ ਇੰਪਲੋਈਜ਼ ਤੋਂ ਇਨਵਾਈਟ ਕੀਤੀ ਜਾਂਦੀ ਹੈ। ਫੀਚਰ ਆਫ ਦ ਰਿਕਰੂਟਮੈਂਟ, ਕਿ ਰਿਕਰੂਟਮੈਂਟ ਦੇ ਕੀ ਫੀਚਰ ਹੈ। ਹੁਣ ਰਿਕਰੂਟਮੈਂਟ ਜਿਹੜੀ ਹੈਗੀ ਹੈ ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਇਹਦੇ ਵਿੱਚ ਸਰਚ ਕੀਤੇ ਜਾਂਦੇ ਸੋਰਸਿਸ ਆਫ ਇੰਪਲੋਈ ਕਿ ਜਿਹੜਾ ਇੱਕ ਇੰਪਲੋਈ ਹੈ ਉਹ ਕਿੱਥੋਂ ਜੋ ਹੈ ਅਪਲਾਈ ਲੱਭ ਸਕਦੇ ਹੈ। ਠੀਕ ਹੈ। ਜਿੱਥੋਂ ਉਹਨਾਂ ਨੂੰ ਜਗ੍ਹਾ ਜਿਹੜੀ ਸਪੇਸ ਜਿਹੜੀ ਵੇਕੈਂਟ ਹੈ ਉਹਨੂੰ ਫਿਲ ਕੀਤਾ ਜਾਵੇ ਐਂਡ ਜਿਹੜੀ ਰਿਕਰੂਟਮੈਂਟ ਹੈ ਪੋਜ਼ੀਟਿਵ ਇਨ ਨੇਚਰ ਹੈ ਕਿਉਂਕਿ ਇਹਦੇ ਵਿੱਚ ਕੀ ਹੈ ਜੇ 50 ਜਿਹੜੇ ਇੰਪਲੋਈਜ਼ ਚਾਹੀਦੇ ਹੈ, ਠੀਕ ਹੈ, ਸਾਡੇ ਕੋਲ ਜੇ 60 ਜਿਹੜੀ ਆ ਰਹੀ ਹੈ ਐਪਲੀਕੇਸ਼ਨਸ ਜਾਂ 70 ਆ ਰਹੀ ਹੈ, ਅਸੀਂ ਸਾਰੀ ਦੀ ਸਾਰੀ ਐਪਲੀਕੇਸ਼ਨ ਰਿਸੀਵ ਕਰਾਂਗੇ, ਕਿਸੇ ਵੀ ਐਪਲੀਕੇਸ਼ਨ ਨੂੰ ਡਿਨਾਈ ਇਹਦੇ ਵਿੱਚ ਨਹੀਂ ਕਰਾਂਗੇ। ਐਂਡ ਜਿਹੜੀ ਰਿਕਰੂਟਮੈਂਟ ਜਿਹੜੀ ਹੈਗੀ ਸਿੰਪਲ ਪ੍ਰੋਸੈਸ ਮੇਕਸ, ਠੀਕ ਹੈ, ਇਹ ਜਿਹੜੀ ਸਟਾਫਿੰਗ ਜਾਂ ਸਿਲੈਕਸ਼ਨ ਦੀ ਪ੍ਰੋਸੈਸ ਹੈ ਉਹਨੂੰ ਸਿੰਪਲ ਬਣਾਉਂਦੀ ਹੈ। ਐਂਡ ਅੱਗੇ ਕੀ ਹੈ, ਮੈਨ ਪਾਵਰ ਪਲਾਨਿੰਗ ਫੋਲੋ, ਜਿਹੜੀ ਰਿਕਰੂਟਮੈਂਟ ਹੈ ਇਹ ਮੈਨ ਪਾਵਰ ਪਲਾਨਿੰਗ ਨੂੰ ਫੋਲੋ ਕਰਦੀ ਹੈ। ਹੁਣ ਜਿੰਨੇ ਜਿਹੜੇ ਪਰਸਨਸ ਰਿਕੁਆਇਰਡ ਹੈਗੇ ਆ ਉਹਦੇ ਅਕੋਰਡਿੰਗ ਹੀ ਜੋ ਰਿਕਰੂਟਮੈਂਟ ਕੀਤੀ ਜਾਂਦੀ ਹੈਗੀ ਹੈ ਔਰ ਇਹਦੇ ਵਿੱਚ ਇਹ ਜਿਹਨਾਂ ਕੋਲ ਜੋਬ ਹੈਗੀ ਹੈ ਅਤੇ ਜਿਨ੍ਹਾਂ ਨੂੰ ਜੋਬ ਚਾਹੀਦੀ ਹੈ ਉਹਨਾਂ ਵਿੱਚ ਇਹ ਲਿੰਕ ਕ੍ਰੀਏਟ ਕਰਦੀ ਹੈ। ਹੁਣ ਫੈਕਟਰ ਇਨਫਲੂਐਂਸਿੰਗ ਰਿਕਰੂਟਮੈਂਟ, ਕਿ ਰਿਕਰੂਟਮੈਂਟ ਨੂੰ ਜਿਹੜੇ ਹੈਗੇ ਹੈ ਕਿਹੜੇ ਫੈਕਟਰ ਇਫੈਕਟ ਕਰਦੇ ਆ। ਹੁਣ ਤੁਹਾਡੇ ਸਾਈਜ਼ ਆਫ ਦਾ ਔਰਗਨਾਈਜੇਸ਼ਨ, ਕਿ ਬਿਜ਼ਨਸ ਦਾ ਸਾਈਜ਼ ਕਿਹੋ ਜਿਹਾ ਹੈ ਔਰਗਨਾਈਜੇਸ਼ਨ ਦਾ। ਜੇ ਔਰਗਨਾਈਜੇਸ਼ਨ ਦਾ ਸਾਈਜ਼ ਵੱਡਾ ਹੈ ਅਤੇ ਰਿਕਰੂਟਮੈਂਟ ਜ਼ਿਆਦਾ ਹੋਏਗੀ, ਜੇ ਔਰਗਨਾਈਜੇਸ਼ਨ ਦਾ ਸਾਈਜ਼ ਘੱਟ ਹੈ ਅਤੇ ਰਿਕਰੂਟਮੈਂਟ ਘੱਟ ਹੋਏਗੀ। ਵਰਕਿੰਗ ਕੰਡੀਸ਼ਨ ਕਿਹੋ ਜਿਹੀ ਹੈ, ਜੇ ਵਰਕਿੰਗ ਕੰਡੀਸ਼ਨ ਅੱਛੀ ਹੈ ਤਾਂ ਰਿਕਰੂਟਮੈਂਟ ਜ਼ਿਆਦਾ ਹੋਏਗੀ, ਜੇ ਨਹੀਂ ਹੈ ਤਾਂ ਰਿਕਰੂਟਮੈਂਟ ਘੱਟ ਹੋਏਗੀ। ਵੇਸ ਪੇਮੈਂਟ, की सैलरीज अच्छी है तो रिक्रूटमेंट होएगी, अदरवाइज़ नहीं होएगी। ठीक है। इस तरीके नाल इंप्लॉयमेंट कंडीशन गुड इंप्लॉयमेंट कंडीशन हैगी है तो रिक्रूटमेंट होएगी, अदरवाइज़ नहीं। एंड ग्रोथ एंड एक्सपेंशन हो रही है अगर बिजनेस का तो रिक्रूटमेंट होएगी, अदरवाइज़ नहीं। अगे हैगा कंस्ट्रेंट ऑन रिक्रूटमेंट। हुण मतलब कि अगे की हैगा कि रिक्रूटमेंट दे विच जिहड़ी हैगी किहड़ियां प्रॉब्लम्स जो अराइज़ होंदियां। सब तो पहलां इहदे विच जिहड़ी प्रॉब्लम अराइज़ होंदी है वो है इमेज ऑफ द ऑर्गेनाइजेशन, कि अगर इमेज ऑर्गेनाइजेशन की अच्छी नहीं है तो रिक्रूटमेंट पॉसिबल नहीं है। अगर जी जॉब हैगी है अट्रैक्टिव नहीं हैगी तो भी रिक्रूटमेंट पॉसिबल नहीं है। ऑर्गेनाइजेशन पॉलिसीज़ गुड नहीं है तो भी रिक्रूटमेंट पॉसिबल नहीं है। यूनियन रिक्रूटमेंट, अगर यूनियन रिक्रूटमेंट हो रही है, ठीक है, उस केस के भी लोग जो है जॉब नूं जो है नहीं प्रैफर करते। ठीक है। जिथे यूनियन की ज़्यादा चलती हो। अगे की है गवर्नमेंट लीगलेशन, गवर्नमेंट के लॉ, ठीक है, कि जिदा कुछ जॉब्स कुछ पर्टिकुलर स्पेसिस जी गवर्नमेंट जो पर्टिकुलर ਜਿਹੜੀ ਹੈਗੇ ਸੈਕਸ਼ਨ ਵਾਸਤੇ ਫਿਟ ਕਰ ਦਿੰਦੀ ਹੈ, ਉਸ ਕੇਸ ਵਿੱਚ ਵੀ ਰਿਕਰੂਟਮੈਂਟ ਜੋ ਉਹ ਵੀ ਚੀਜ਼ਾਂ ਰਿਕਰੂਟਮੈਂਟ ਵਾਸਤੇ ਪ੍ਰੋਬਲਮ ਕ੍ਰੀਏਟ ਕਰਦੇ ਹੈ। ਹੁਣ ਅੱਗੇ ਹੈ ਸੋਰਸਿਸ ਆਫ ਰਿਕਰੂਟਮੈਂਟ। ਦੋ ਸੋਰਸਿਸ ਹੈ, ਇੰਟਰਨਲ ਐਂਡ ਐਕਸਟਰਨਲ। ਇੰਟਰਨਲ ਸੋਰਸਿਸ ਜੋ ਕਿ ਵਿਦ ਇਨ ਦਾ ਔਰਗੇਨਾਈਜੇਸ਼ਨ ਤੋਂ ਜਿਹੜੇ ਪਰਸਨ ਹੈ ਉਹਨਾਂ 'ਚੋਂ ਅਸੀਂ ਰਿਕਰੂਟ ਕਰ ਰਹੇ ਹਾਂ, ਜਿਹਦੇ ਵਿੱਚ ਪਹਿਲਾ ਪੁਆਇੰਟ ਹੈਗਾ ਪ੍ਰਮੋਸ਼ਨ, ਕਿ ਮਤਲਬ ਕਿ ਅਸੀਂ ਪ੍ਰਮੋਸ਼ਨ ਕਰਕੇ ਜਿਹੜੇ ਲੋਅਰ ਲੈਵਲ 'ਤੇ ਵਰਕਰ ਹੈ ਉਹਨਾਂ ਨੂੰ ਹਾਈਅਰ ਲੈਵਲ ਵਾਲੀ ਪੋਜੀਸ਼ਨਸ ਦੇ ਕੇ, ਠੀਕ ਹੈ, ਜੋ ਵਧੀਆ ਕੰਮ ਕਰ ਰਹੇ ਆ, ਵਰਕ ਹਾਰਡ ਕਰ ਰਹੇ ਆ, ਅੱਛੀ ਪੋਜੀਸ਼ਨ ਦੇ ਕੇ ਜਦੋਂ ਅਸੀਂ ਉਹਨਾਂ ਦੀ ਪ੍ਰਮੋਸ਼ਨ ਕਰਕੇ ਵੀ ਅਸੀਂ ਉਹ ਸਪੇਸ ਨੂੰ ਵੇਕੈਂਟ ਸਪੇਸ ਨੂੰ ਫਿਲ ਕਰ ਸਕਦੇ ਹਾਂ। ਅੱਗੇ ਕੀ ਹੈ ਟਰਾਂਸਫਰ, ਕਿ ਅਗਰ ਮਤਲਬ ਕਿ ਮੰਨ ਲਓ ਬਹੁਤ ਸਾਰੀਆਂ ਸਾਡੀਆਂ ਬ੍ਰਾਂਚਿਸ ਹੈ ਅਤੇ ਅਗਰ ਕਿਸੇ ਜਗ੍ਹਾ ਜਿਹੜੇ ਇੰਪਲੋਈ ਜ਼ਿਆਦਾ ਹੈ ਐਂਡ ਕਿਤੇ ਵੇਕੈਂਟ ਪਲੇਸ ਖਾਲੀ ਹੋ ਰਹੀ ਹੈ ਅਤੇ ਇੰਪਲੋਈ ਦੀ ਟਰਾਂਸਫਰ ਕਰਕੇ ਵੀ ਅਸੀਂ ਜੋ ਹੈਗਾ ਉਹਨੂੰ ਉਸ ਵੇਕੈਂਟ ਪਲੇਸ ਨੂੰ ਫਿਲ ਕਰ ਸਕਦੇ ਹਾਂ। ਐਂਡ ਟ੍ਰੇਨਿੰਗ, ਜਿਹੜੇ ਸਾਡੇ ਅੰਡਰ ਵਰਕ ਕੰਮ ਜਿਹੜੇ ਸਾਡੇ ਅੰਦਰ ਜਿਹੜੇ ਹੈਗੇ ਕੁਛ ਹੈਗੇ ਹੈ ਸਟੂਡੈਂਟਸ ਹੈ ਉਹ ਟ੍ਰੇਨਿੰਗ ਲੈ ਰਹੇ ਹੈ ਜਾਂ ਕੋਈ ਹੋਰ ਉੱਧਰ ਕੰਮ ਸਿੱਖ ਰਿਹਾ ਹੈ, ਉਹਨਾਂ ਨੂੰ ਵੀ ਜੇ ਸਾਨੂੰ ਲੋੜ ਪਏ ਤਾਂ ਉਹਨਾਂ ਨੂੰ ਵੀ ਐਜ਼ ਅ ਵਰਕਰ ਦੇ ਤੌਰ 'ਤੇ ਜਾਂ ਐਜ਼ ਅ ਇੰਪਲੋਈ ਦੇ ਤੌਰ 'ਤੇ ਅਸੀਂ ਅਪੁਆਇੰਟ ਕਰ ਸਕਦੇ ਹਾਂ। ਇੰਟਰਨਲ ਐਡਵਰਟੀਜ਼ਮੈਂਟ, ਕਿ ਜਦੋਂ ਜਿਸ ਵੀ ਸੈਕਟਰ 'ਚ ਜਿਸ ਵੀ ਡਿਪਾਰਟਮੈਂਟ ਵਿੱਚ ਜਿਹੜੀ ਹੈ ਪੋਜੀਸ਼ਨ ਜਾਂ ਜਿਹੜੀ ਵੈਕੈਂਸੀ ਹੋ ਰਹੀ ਹੈ ਅਤੇ ਉੱਥੇ ਜਿਹੜੀ ਹੈਗੀ ਹੈ ਉਸ ਡਿਪਾਰਟਮੈਂਟ ਵਿੱਚ ਅਨਾਊਂਸ ਕਰਕੇ ਕਿ ਤੁਹਾਡੀ ਜਿਹੜੀ ਹੈਗੀ ਇਹ ਪਲੇਸ ਜੋ ਹੈ ਵੇਕੈਂਟ ਹੋਣ ਵਾਲੀ ਹੈ ਅਤੇ ਜੋ ਹੈ ਇੰਪਲੋਈ ਲੱਭ ਲਓ। ਠੀਕ ਹੈ। ਇਸ ਤਰੀਕੇ ਦੇ ਨਾਲ ਵੀ ਐਡਵਰਟਾਈਜ਼ਮੈਂਟ ਕਰਕੇ ਜੋ ਹੈ ਅਸੀਂ ਪੋਜੀਸ਼ਨ ਨੂੰ ਫਿਲ ਕਰ ਸਕਦੇ ਹਾਂ। ਕਿ ਕੀ ਹੈ ਲੈਂਡ ਸਰਵਿਸਿਜ਼ ਜਿੱਦਾਂ ਦੱਸਿਆ ਕਿ ਇਹਦੇ ਵਿੱਚ ਕੀ ਹੈ ਕਿ ਜਿਹੜੀ ਹੈਗੀ ਹੈ
ਐਗਜ਼ੀਕਿਊਟਿਵ ਹੈਗੇ ਆ, ਟੌਪ ਲੈਵਲ ਵਾਲੇ ਹੈਗੇ ਆ, ਉਹ ਮੈਨੇਜਮੈਂਟ ਨੂੰ ਹੀ ਕਹਿਣਗੇ ਕਿ ਤੁਸੀਂ EMPLOYEES ਆਪਣੀ ਪਸੰਦ ਦੇ ਰੱਖ ਲਓ, ਠੀਕ ਹੈ। ਕੋਈ ਨਵਾਂ ਜਿਹੜਾ ਪਲਾਂਟ ਲੱਗਿਆ, ਨਵੀਂ ਬਿਜ਼ਨਸ ਸਟਾਰਟ ਹੋਇਆ, ਉੱਥੇ ਜਿਹੜੀ ਫੈਸਿਲਿਟੀ ਦਿੱਤੀ ਜਾਂਦੀ ਹੈ। ਐਕਸਟੈਂਸ਼ਨ ਆਫ ਦਾ ਸਰਵਿਸਿਜ਼, ਕਿ ਜਿੱਦਾਂ ਕੋਈ ਰਿਟਾਇਰ ਹੋਣ ਵਾਲਾ ਪਰਸਨ ਹੈ, ਠੀਕ ਹੈ, ਅਗਰ ਉਹਦੀ ਜੋਬ ਦੇ ਟਾਈਮ ਪੀਰੀਅਡ ਨੂੰ ਟੈਨਿਓਰ ਨੂੰ ਵਧਾ ਦਿੱਤਾ ਜਾਵੇ, 1-2 ਸਾਲ ਉਹਨੂੰ ਹੋਰ ਜੋਬ ਦੇ ਦਿੱਤੀ ਜਾਵੇ, ਡੈਟ ਇਜ਼ ਐਕਸਟੈਂਸ਼ਨ ਆਫ ਦਾ ਸਰਵਿਸਿਜ਼। ਇਹਦੇ ਥਰੂ ਵੀ ਜਿਹੜੀ ਹੈਗੀ ਹੈ ਵੈਕੈਂਸੀਜ਼ ਫੁੱਲ ਕੀਤੀਆਂ ਜਾ ਸਕਦੀਆਂ। ਹੁਣ ਫੈਕਟਰ ਜਿਹੜੇ ਇੰਟਰਨਲ ਸੋਰਸਿਸ ਦੇ ਜਿਹੜੇ ਹੈਗੇ ਆ, ਹੁਣ ਅਗਰ ਸਪੈਸ਼ਲਾਈਜ਼ ਪਰਸਨ ਹੈ ਤਾਂ ਇੰਟਰਨਲ ਸੋਰਸ ਨੂੰ ਕੀਤਾ ਜਾਏਗਾ। ਪੋਲਿਸੀ ਮੈਨੇਜਮੈਂਟ ਦੀ ਅੱਛੀ ਹੈ, ਪ੍ਰਮੋਸ਼ਨ ਵਗੈਰਾ ਕਰਦੇ ਹੈ ਤਾਂ ਇੰਟਰਨਲ ਸੋਰਸ ਨੂੰ ਕੀਤਾ ਜਾਏਗਾ। ਟ੍ਰੇਡ ਯੂਨੀਅਨ ਪੋਲਿਸੀ ਅੱਛੀ ਹੈ ਤਾਂ ਇੰਟਰਨਲ ਸੋਰਸ ਨੂੰ ਫੋਲੋ ਕੀਤਾ ਜਾਏਗਾ। ਹੁਣ ਅੱਗੇ ਹੈਗਾ ਐਡਵਾਂਟੇਜ ਆਫ ਇੰਟਰਨਲ ਰਿਕਰੂਟਮੈਂਟ, ਕਿ ਇੰਟਰਨਲ ਰਿਕਰੂਟਮੈਂਟ ਦੇ ਕੀ ਬੈਨੀਫਿਟ ਹੈ। ਸਭ ਤੋਂ ਪਹਿਲਾਂ ਲੋਇਲਟੀ ਐਂਡ ਮੋਰਲ ਇਨਕਰੀਜ਼। ਹੁਣ ਜਦੋਂ ਇੰਟਰਨਲ ਰਿਕਰੂਟਮੈਂਟ ਕੀਤੀ ਜਾਏਗੀ, ਉਸ ਕੇਸ ਦੇ ਵਿੱਚ ਜਿਹੜਾ ਮਤਲਬ ਕਿ ਇੱਕ ਜਿਹੜੀ ਮੋਰਲ ਰੇਜ਼ ਹੋਏਗਾ, ਕਿਉਂਕਿ ਉਹਨਾਂ ਨੂੰ ਇਹ ਲੱਗੇਗਾ ਕਿ ਦੇ ਆਰ ਦਾ ਪਾਰਟ ਆਫ ਦਾ ਔਰਗਨਾਈਜੇਸ਼ਨ। ਜਦੋਂ ਉਹਨਾਂ ਨੂੰ ਵੇਕੈਂਟ ਪਲੇਸ ਉਹਨਾਂ ਤੋਂ ਹੀ ਭਰੀ ਜਾਏਗੀ ਅਤੇ ਉਹਨਾਂ ਦਾ ਮੋਰਲ ਇਨਕਰੀਜ਼ ਹੋਏਗਾ ਐਂਡ ਉਹ ਵਧੀਆ ਤਰੀਕੇ ਦੇ ਨਾਲ, ਇਮਾਨਦਾਰੀ ਦੇ ਨਾਲ ਉਸ ਔਰਗਨਾਈਜੇਸ਼ਨ ਵਿੱਚ ਕੰਮ ਕਰਨਗੇ। ਐਂਡ ਇਹਦੇ ਨਾਲ ਕੀ ਹੋਏਗਾ ਕਿ ਜਦੋਂ ਕੀ ਹੋਏਗਾ ਕਿ ਉਹਨਾਂ ਨੂੰ ਵਧੀਆ ਕੰਡੀਸ਼ਨਸ ਦਿੱਤੀਆਂ ਜਾਊਗੀਆਂ, ਉਹਨਾਂ ਨੂੰ ਰਿਕਰੂਟਮੈਂਟ ਦਿੱਤੀ ਜਾਊਗੀ, ਜੋਬ ਸਿਕਿਉਰਿਟੀ ਦਿੱਤੀ ਜਾਊਗੀ, ਜਿਹਦੇ ਕਰਕੇ EMPLOYEE ਜੋ ਹੈ ਐਬਸੈਂਟ ਵੀ ਨਹੀਂ ਹੋਣਗੇ। ਐਂਡ ਜਦੋਂ ਜੋਬ ਸਿਕਿਉਰਿਟੀ ਮਿਲੂਗੀ ਅਤੇ ਜਿਹੜੇ EMPLOYEES ਜਿਹੜੇ ਹੈਗੇ ਉਹ ਜੋਬ ਨੂੰ ਛੱਡ ਕੇ ਵੀ ਮੂਵ ਔਨ ਨਹੀਂ ਕਰਨਗੇ। ਐਂਡ ਫੈਸਿਲਿਟੇਟ ਪ੍ਰੋਪਰ ਸਿਲੈਕਸ਼ਨ। ਹੁਣ ਜਿਹੜੇ ਇੰਟਰਨਲ ਜਿਹੜੇ ਹੈਗੀ ਹੈ ਰਿਕਰੂਟਮੈਂਟ, ਇਸ ਕੇਸਿਸ 'ਚ ਕੀ ਹੈ ਕਿ ਜਿਹੜੇ EMPLOYEES ਜੋ ਹੈ ਆਲਰੇਡੀ ਸਕਿਲਡ ਹੈ, ਟ੍ਰੇਨਡ ਹੈਗੇ ਹੈ, ਜਿਹਦੇ ਕਰਕੇ ਕੀ ਹੈਗੇ ਕਿ ਉਹ ਸਿਲੈਕਸ਼ਨ ਕਰਨ ਦੇ ਵਿੱਚ ਵੀ ਮਦਦ ਕਰਦੇ। ਇਹਦੇ ਨਾਲ ਜਿਹੜੀ ਹੈ ਕਿ ਪੀਸ ਇਨ ਐਂਟਰਪ੍ਰਾਈਜ਼ਿਸ ਜਿਹੜੇ ਬਿਜ਼ਨਸ ਹੈ ਉਹਨਾਂ ਵਿੱਚ ਪੀਸ ਬਣੀ ਰਹਿੰਦਾ ਹੈ, ਕਿਉਂਕਿ ਕੋਈ ਕਨਫਲਿਕਟ ਅਰਾਈਜ਼ ਨਹੀਂ ਹੁੰਦਾ, ਕਿਉਂਕਿ ਕੋਈ ਬਾਹਰੋਂ ਪਰਸਨ ਨਹੀਂ ਆ ਰਿਹਾ, ਇੰਟਰਨਲ ਰਿਕਰੂਟਮੈਂਟ ਹੋ ਰਹੀ ਹੈ, ਜਿਹਦੇ ਕਰਕੇ ਕੀ ਹੈ ਕਿ ਉਹ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਹੈ, ਜਿਹਦੇ ਕਰਕੇ ਕਿ ਉੱਥੇ ਪੀਸ ਬਣੀ ਰਹਿੰਦੀ ਹੈ। ਰਿਡਿਊਸ ਕਾਸਟ, ਇਹਦੇ ਨਾਲ ਕੀ ਹੈ ਕਿ ਜਿਹੜਾ ਖਰਚਾ ਜਿਹੜਾ ਹੈਗਾ ਉਹ ਵੀ ਕੀ ਹੋ ਜਾਂਦਾ ਹੈ, ਉਹ ਘੱਟ ਜਾਂਦਾ ਹੈ। ਕਿਉਂ ਘੱਟ ਜਾਂਦਾ ਹੈ? ਕਿਉਂਕਿ ਕੋਈ ਪਰਟੀਕੂਲਰ ਪ੍ਰੋਗਰਾਮ ਜੋ ਹੈ ਸਿਲੈਕਸ਼ਨ ਪਰਪਸ ਵਾਸਤੇ ਨਹੀਂ ਕਰਨੇ, ਜਿਹੜੇ ਪਰਸਨ ਐਟ ਪ੍ਰੈਜੈਂਟਲੀ ਉਹਨਾਂ ਨੂੰ ਹੀ ਅਪੋਇੰਟ ਕਰ ਲੈਣਾ, ਜਿਹਦੇ ਨਾਲ ਖਰਚਾ ਜੋ ਹੈ ਘੱਟ ਜਾਂਦਾ ਹੈਗਾ। ਅੱਗੇ ਕੀ ਹੈਗਾ, ਮੋਟੀਵੇਟ EMPLOYEE ਟੂ ਵਰਕ ਹਾਰਡ ਟੂ ਗੈਟ ਪ੍ਰਮੋਸ਼ਨ। ਹੁਣ ਦੇਖੋ ਇੰਟਰਨਲ ਰਿਕਰੂਟਮੈਂਟ ਜੋ ਹੈ ਵਿਦ ਦਾ ਹੈਲਪ ਆਫ ਪ੍ਰਮੋਸ਼ਨ ਦਿੱਤੀ ਜਾ ਰਹੀ ਹੈ, ਜਿਹਦੇ ਨਾਲ ਕੀ ਕਿ ਜਿਹੜੇ ਐਟ ਪ੍ਰੈਜੈਂਟ EMPLOYEE ਹੈ ਉਹ ਵਧੀਆ ਤਰੀਕੇ ਦੇ ਨਾਲ ਕੰਮ ਕਰੋਗੇ, ਉਹ ਮੋਟੀਵੇਟ ਹੋਊਗੇ, ਉਹਨਾਂ ਨੂੰ ਉਤਸ਼ਾਹ ਮਿਲੂਗਾ ਕਿ ਉਹ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਚੰਗਾ ਕੰਮ ਕਰਨ, ਕਿਉਂਕਿ ਜੇ ਉਹ ਚੰਗਾ ਕੰਮ ਕਰਨਗੇ ਉਹਨਾਂ ਨੂੰ ਪ੍ਰਮੋਸ਼ਨ ਮਿਲੇਗੀ। ਇਸ ਕਰਕੇ ਵੀ ਜੋ ਇਹ ਬੈਨੀਫਿਟ ਹੈ ਇੰਟਰਨਲ ਰਿਕਰੂਟਮੈਂਟ ਦੇ। ਐਂਡ ਇਹਦੇ ਨਾਲ ਜਿਹੜੇ ਹੈਗੇ ਇੰਟਰਨਲ ਰਿਕਰੂਟਮੈਂਟ ਦੇ ਕੁਝ ਡਿਸਐਡਵਾਂਟੇਜ ਵੀ ਹੈਗੇ ਹੈ। ਹੁਣ ਡਿਸਐਡਵਾਂਟੇਜ ਕੀ ਹੈ ਕਿ ਇਗਨੋਰ ਦਾ ਪੀਪਲ ਫਰੋਮ, ਠੀਕ ਹੈ, ਮਤਲਬ ਕਿ ਜਿਹੜੇ ਬਾਹਰਲੇ ਪਰਸਨ, ਜਿਹੜੇ ਆਊਟਸਾਈਡਰ ਪਰਸਨ ਹੈ, ਜਿਹੜੇ ਫਰੈਸ਼ ਨੌਲੇਜ ਹੈ, ਫਰੈਸ਼ ਟੈਕਨੋਲੋਜੀ ਹੈ, ਹੁਣ ਉਹ ਸਾਰੇ ਪਰਸਨ ਕੀ ਹੋ ਜਾਂਦੇ, ਇਗਨੋਰ ਹੋ ਜਾਂਦੇ ਹੈ, ਠੀਕ ਹੈ। ਐਂਡ ਇਹਦੇ ਨਾਲ ਕੀ ਹੈਗਾ ਕਿ ਜਿਹੜਾ ਪ੍ਰੋਪਰਲੀ ਕੁਆਲੀਫਾਈਡ ਪਰਸਨ ਹੈ ਉਹ ਸਾਨੂੰ ਅਵੇਲ ਨਹੀਂ ਹੁੰਦਾ। ਐਂਡ ਕਈ ਵਾਰ ਜਿਹੜੀ ਸੀਨੀਅਰਿਟੀ ਬੇਸਿਸ 'ਤੇ ਪ੍ਰਮੋਸ਼ਨ ਹੁੰਦੀ ਹੈ ਉਹ ਜੂਨੀਅਰ ਨੂੰ ਜਿਹੜੀ ਹੈਗੀ ਹੈ ਉਹ ਫਰਸਟ੍ਰੇਟ ਉਹਨਾਂ ਦੇ ਵਿੱਚ ਬਰਿੰਗ ਕਰਕੇ ਲੈ ਕੇ ਆਉਂਦੀ ਹੈ ਕਿ ਮਤਲਬ ਕਿ ਇਹ ਤਾਂ ਜਿੰਨਾ ਮਰਜ਼ੀ ਹਾਰਡ ਵਰਕ ਕਰ ਲਓ ਬਟ ਪ੍ਰਮੋਸ਼ਨ ਜੋ ਹੈ ਸੀਨੀਅਰਿਟੀ ਬੇਸਿਸ 'ਤੇ ਹੋਣੀ ਹੈ, ਜਿਹਦੇ ਕਰਕੇ ਜੂਨੀਅਰ EMPLOYEE ਕਈ ਵਾਰ ਵਧੀਆ ਕੰਮ ਨਹੀਂ ਵੀ ਕਰਦੇ। ਐਂਡ ਜਿਹੜੇ ਇਨੋਵੇਟਿਵ ਹੈ, ਕ੍ਰੀਏਟਿਵ ਪਰਸਨ ਹੈ, ਥਿੰਕਿੰਗ ਵਾਲੇ ਪਰਸਨ ਹੈ, ਉਹਨਾਂ ਵਾਸਤੇ ਵੀ ਇੰਟਰਨਲ ਰਿਕਰੂਟਮੈਂਟ ਸੁਟੇਬਲ ਨਹੀਂ ਹੈ। ਐਂਡ ਕਈ ਵਾਰ ਟਾਈਮ ਦੇ ਬੇਸਿਸ 'ਤੇ ਵੀ ਜਿਹੜੀ ਪ੍ਰਮੋਸ਼ਨ ਹੁੰਦੀ ਹੈ ਕਿ ਹਾਂ 5 ਸਾਲ ਬਾਅਦ ਪ੍ਰਮੋਸ਼ਨ ਕੀਤੀ ਜਾਏਗੀ, 6 ਸਾਲ ਬਾਅਦ ਪ੍ਰਮੋਸ਼ਨ ਕੀਤੀ ਜਾਏਗੀ, ਉਸ ਕੇਸ 'ਤੇ ਜਿਹੜੇ EMPLOYEES ਹੈ ਉਹ ਆਲਸੀ ਜਿਹੜੇ ਬਣ ਜਾਂਦੇ ਹੈ। ਐਂਡ ਜਿੱਦਾਂ ਇੰਟਰਨਲ ਜਿਹੜੀ ਹੈਗੀ ਹੈ ਵੈਕੈਂਸੀ ਇਹ ਟਰਾਂਸਫਰ ਦੇ ਥਰੂ ਵੀ ਜੋ ਫਿਲ ਕੀਤੀ ਜਾਂਦੀ ਹੈ, ਅਤੇ ਕਈ ਵਾਰ ਅਗਰ ਕਿਸੇ ਪਰਸਨ ਦੀ ਬਾਰ-ਬਾਰ ਟਰਾਂਸਫਰ ਹੋ ਰਹੀ ਹੈ ਉਹ ਇਨਐਫੀਸ਼ੀਐਂਟ ਹੋ ਜਾਂਦਾ, ਕਿਉਂਕਿ ਉਹਨੂੰ ਪਤਾ ਕਿ ਉਹਦੀ ਫਿਰ ਟਰਾਂਸਫਰ ਹੋ ਜਾਂਦੀ ਹੈ, ਜਿਹਦੇ ਕਰਕੇ ਉਹਨੂੰ ਜੋ ਹੈ ਉਹ ਆਪਣੇ ਆਪ ਨੂੰ ਪਾਰਟ ਆਫ ਦਾ ਆਰਗੇਨਾਈਜੇਸ਼ਨ ਨਹੀਂ ਸਮਝਦਾ, ਜਿਹਦੇ ਕਰਕੇ ਵਧੀਆ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ। ਹੁਣ ਇਸੇ ਤਰੀਕੇ ਦੇ ਨਾਲ ਐਕਸਟਰਨਲ ਸੋਰਸਿਸ ਆਫ ਰਿਕਰੂਟਮੈਂਟ, ਐਕਸਟਰਨਲ ਸੋਰਸਿਸ ਜਿਹੜੇ ਰਿਕਰੂਟਮੈਂਟ ਦੇ ਜਿਹੜੇ ਕਿ ਵਿਦਨ ਦਾ ਆਰਗੇਨਾਈਜੇਸ਼ਨ ਤੋਂ ਨਹੀਂ, ਜਿਹੜੇ ਕਿ ਕਿੱਥੇ ਹੈ ਆਊਟਸਾਈਡ ਆਫ ਦਾ ਆਰਗੇਨਾਈਜੇਸ਼ਨ, ਆਰਗੇਨਾਈਜੇਸ਼ਨ ਤੋਂ ਬਾਹਰਲੇ ਜਿਹੜੇ ਪਰਸਨਸ ਜਿਹੜੇ ਹੈਗੇ ਹੈ, ਜਿਹੜੇ ਅਨਨੋਨ ਪਰਸਨ ਜਿਹੜੇ ਹੈਗੇ ਆ, ਉਹਨਾਂ 'ਚੋਂ ਜਦੋਂ ਕਿਸੇ ਪਰਸਨ ਨੂੰ ਐਜ਼ ਏ EMPLOYEE ਦੇ ਤੌਰ 'ਤੇ ਰੱਖਿਆ ਜਾਂਦਾ ਹੈ ਉਹਨੂੰ ਕਹਿੰਦੇ ਐਕਸਟਰਨਲ ਸੋਰਸ ਆਫ ਰਿਕਰੂਟਮੈਂਟ। ਜਿਹਦੇ ਵਿੱਚ ਸਭ ਤੋਂ ਪਹਿਲਾਂ ਹੈ ਇੰਪਲੋਇਮੈਂਟ ਐਕਸਚੇਂਜ। ਜਿੱਦਾਂ ਹੁਣ ਗੌਰਮੈਂਟ ਇੰਪਲੋਇਮੈਂਟ ਐਕਸਚੇਂਜ ਹੁੰਦੇ ਆ ਕਿ ਜਦੋਂ ਕਿ ਕੋਈ ਸਟੂਡੈਂਟ 10th ਪੜ੍ਹ ਲਈ, 12th ਪੜ੍ਹ ਲਈ, ਐਜੂਕੇਸ਼ਨ ਲੈ ਲਈ ਅਤੇ ਆਪਣਾ ਨੇਮ ਜੋ ਹੈ ਇੱਥੇ ਰਜਿਸਟਰਡ ਕਰਵਾ ਦਿੰਦੇ ਹੈ। ਐਂਡ ਜਦੋਂ ਕੋਈ ਗੌਰਮੈਂਟ ਜੋਬ ਚਾਹੀਦੀ ਹੁੰਦੀ ਹੈ, ਗੌਰਮੈਂਟ ਜੋਬ ਜਿਹੜੇ ਵਾਲੇ ਹੁੰਦੇ ਹੈ, ਠੀਕ ਹੈ, ਉਹਨਾਂ ਨੂੰ ਅਗਰ ਕੋਈ ਵਰਕਰ ਚਾਹੀਦੇ, ਕੋਈ ਪਰਸਨ ਚਾਹੀਦੇ ਹੈ, ਅਤੇ ਉਹ ਕੀ ਕਰਦੇ, ਉਹ ਇੰਪਲੋਇਮੈਂਟ ਐਕਸਚੇਂਜ ਤੋਂ ਡਾਟਾ ਮੰਗਵਾਉਂਦੇ ਅਤੇ ਉਹਨਾਂ ਪਰਸਨਸ ਨੂੰ ਕਾਲ ਕਰਕੇ ਉਹਨਾਂ ਦੀ ਇੰਟਰਵਿਊ ਵਗੈਰਾ ਲੈ ਕੇ ਉਹਦੇ 'ਚੋਂ ਜਿਹੜੇ ਹੈਗੇ EMPLOYEES ਜਿਹੜੇ ਰੱਖ ਲੈਂਦੇ, ਠੀਕ ਹੈ। ਹੁਣ ਐਕਸਟਰਨਲ ਸੋਰਸਿਸ ਜਿਹੜਾ ਹੈਗਾ ਪਹਿਲਾ ਹੈਗਾ ਇੰਪਲੋਇਮੈਂਟ ਐਕਸਚੇਂਜ, ਕਿ ਜਿਹੜੀਆਂ ਗੌਰਮੈਂਟ ਦੇ ਦੁਆਰਾ ਐਕਸਚੇਂਜ ਹੈਗੀਆਂ, ਠੀਕ ਹੈ, ਇੰਪਲੋਇਮੈਂਟ ਦੀਆਂ, ਉੱਥੋਂ ਵੀ ਜਿਹੜੇ ਪਰਸਨ ਜਿਹੜੇ ਅਪੁਆਇੰਟ ਕੀਤੇ ਜਾਂਦੇ, ਜਾਂ ਐਡਵਰਟਾਈਜ਼ਮੈਂਟ
ਆ ਕਿ ਅਸੀਂ TV ਥਰੂ ਮੀਡੀਆ ਜਾਂ ਫਿਰ ਮਤਲਬ ਕਿ ਨਿਊਜ਼ਪੇਪਰ ਦੇ ਥਰੂ ਜਾਂ ਮੈਗਜ਼ੀਨ ਦੇ ਥਰੂ ਕਿਸੇ ਵੀ ਮੀਡੀਆ ਦੇ ਥਰੂ ਅਸੀਂ ਐਡ ਦੇ ਕੇ ਵੀ ਜਿਹੜੇ ਹੈਗੇ ਹੈ ਜਿਹੜੇ ਇੰਪਲੋਈਜ਼ ਹੈਗੇ ਆ ਉਹਨਾਂ ਨੂੰ ਕਾਲ ਕਰ ਸਕਦੇ ਹਾਂ, ਕਿਉਂਕਿ ਐਡ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪਰਟੀਕੂਲਰ ਇੰਸਟੀਟਿਊਸ਼ਨ ਦੇ ਵਿੱਚ ਪਰਟੀਕੂਲਰ ਪੋਸਟ ਖਾਲੀ ਹੈ, ਉਹਦੀ ਇਹ ਸੈਲਰੀ ਦਿੱਤੀ ਜਾਏਗੀ। ਇਸ ਤਰੀਕੇ ਦੇ ਨਾਲ ਐਡ ਥਰੂ ਵੀ ਜਿਹੜੇ ਹੈਗੇ ਆ ਪਰਸਨਸ ਨੂੰ ਇਨਵਾਈਟ ਕੀਤਾ ਜਾ ਸਕਦਾ ਹੈ। ਹੁਣ ਅੱਗੇ ਥਰਡ ਹੈਗਾ ਐਜੂਕੇਸ਼ਨ ਇੰਸਟੀਟਿਊਸ਼ਨ। ਹੁਣ ਐਜੂਕੇਸ਼ਨ ਇੰਸਟੀਟਿਊਸ਼ਨ ਵਿੱਚ ਜਿੱਦਾਂ ਮਲਟੀਨੈਸ਼ਨਲ ਕੰਪਨੀਜ਼ ਹੈ ਜਾਂ ਹੋਰ ਵੱਡੀਆਂ ਵੱਡੀਆਂ ਕੰਪਨੀਜ਼ ਹੈਗੀਆਂ, ਠੀਕ ਹੈ, ਹੁਣ ਉਹਨਾਂ ਨੂੰ ਜੋ ਹੈ ਮੋਰ ਸਕਿਲਡ ਮਤਲਬ ਕਿ ਉਹਨਾਂ ਨੂੰ ਜਿਹੜਾ ਹੈਗਾ ਮੋਰ ਫਰੈਸ਼ ਨੌਲੇਜ, ਇਨੋਵੇਟਿਵ, ਨਿਊ ਆਊਟਲੁੱਕ ਵਾਲੇ ਪਰਸਨ ਚਾਹੀਦੇ, ਜੋ ਕਿ ਉਹਨਾਂ ਨੂੰ ਕਿੱਥੋਂ ਮਿਲ ਸਕਦੇ ਐਜੂਕੇਸ਼ਨ ਇੰਸਟੀਟਿਊਸ਼ਨ ਤੋਂ। ਯਾਨੀ ਕਿ ਕਾਲਜ ਯੂਨੀਵਰਸਿਟੀ ਦੇ ਵਿੱਚ ਜਿਹੜੇ ਫਾਈਨਲ ਈਅਰ ਦੇ ਸਟੂਡੈਂਟ ਦੀ ਹੈ ਇੰਟਰਵਿਊ ਵਗੈਰਾ ਕੰਡਕਟ ਕਰਦੇ ਹੈ, ਠੀਕ ਹੈ, ਔਰ ਉਹਨਾਂ 'ਚ ਉਹਨਾਂ ਨੂੰ ਜਿਹੜਾ ਬੈਸਟ ਲੱਗਦਾ ਉਹਨੂੰ ਚੂਜ਼ ਕਰ ਲੈਂਦੇ, ਠੀਕ ਹੈ। ਅਤੇ ਯਾਨੀ ਕਿ ਐਜੂਕੇਸ਼ਨ ਇੰਸਟੀਟਿਊਸ਼ਨ ਤੋਂ ਵੀ ਮਤਲਬ ਕਿ ਕਈ ਵਾਰ ਇਸ ਤਰੀਕੇ ਨਾਲ ਵੀ ਔਰ ਕਈ ਵਾਰ ਇਸ ਤਰੀਕੇ ਨਾਲ ਵੀ ਐਜੂਕੇਸ਼ਨ ਇੰਸਟੀਟਿਊਸ਼ਨ 'ਤੇ ਜਾ ਕੇ ਉਹਨਾਂ ਦੇ ਜਿਹੜੇ ਟੋਪਰ ਸਟੂਡੈਂਟ ਹੁੰਦੇ ਆ ਉਹਨਾਂ ਨੂੰ ਕਾਲ ਕਰਦੇ ਹੈ ਜੋਬ ਵਾਸਤੇ, ਠੀਕ ਹੈ। ਇਸ ਤਰੀਕੇ ਦੇ ਨਾਲ ਵੀ ਜਿਹੜੇ ਹੈਗੇ ਆ ਇਹ ਐਕਸਟਰਨਲ ਸੋਰਸਿਸ ਹੈਗਾ। ਰਿਕਮੈਂਡੇਸ਼ਨ ਆਫ ਇੰਪਲੋਈ, ਕਈ ਵਾਰ ਜੋਬ ਦੇ ਵਿੱਚ ਜਿਹੜੇ ਐਟ ਪ੍ਰੈਜ਼ੈਂਟ ਵਰਕਰ ਕੰਮ ਕਰ ਰਹੇ ਹੁੰਦੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਹੈਗਾ ਪਲੇਸ ਵੇਕੈਂਟ ਹੈਗੀ ਹੈ, ਠੀਕ ਹੈ, ਅਤੇ ਉਹ ਜਿਹੜਾ ਪ੍ਰੈਜ਼ੈਂਟ ਵਰਕਰ ਹੈਗਾ ਉਹਦੇ ਦੁਆਰਾ ਅਗਰ ਸੁਜੈਸਟ ਕੀਤਾ ਜਾਂਦਾ ਕਿਸੇ ਦਾ ਨੇਮ, ਠੀਕ ਹੈ, ਉਹ ਸੁਜੈਸਟ ਕਰਦਾ ਕਿ ਇਸ ਪਰਸਨ ਨੂੰ ਰੱਖ ਲਿਆ ਕੀਤਾ ਜਾਵੇ। ਇਸ ਤਰੀਕੇ ਦੇ ਨਾਲ ਵੀ ਜਿਹੜੀ ਹੈਗੀ ਹੈ ਐਕਸਟਰਨਲ, ਇਹ ਵੀ ਇੱਕ ਐਕਸਟਰਨਲ ਸੋਰਸਿਸ ਹੈ। ਪਰਸਨ ਕੰਸਿਸਟੈਂਸੀ ਮਤਲਬ ਪ੍ਰਾਈਵੇਟ ਏਜੰਸੀਜ਼ ਹੁੰਦੀਆਂ, ਠੀਕ ਹੈ, ਇਹ ਵੀ ਅੱਜ ਕੱਲ੍ਹ ਇੱਕ ਨਿਊ ਵਰਕ ਚੱਲ ਪਿਆ ਹੈ ਕਿ ਜਿਹੜੀ ਪ੍ਰਾਈਵੇਟ ਏਜੰਸੀਜ਼ ਹੁੰਦੀਆਂ ਉਹ ਕੀ ਕਰਦੀਆਂ ਕਿ ਜਿਨ੍ਹਾਂ ਨੂੰ ਜੋਬ ਚਾਹੀਦੀ ਹੈ ਅਤੇ ਜਿਨ੍ਹਾਂ ਕੋਲ ਜੋਬ ਹੈਗੀ ਆ ਉਹਨਾਂ ਦੇ ਵਿੱਚ ਲਿੰਕ ਕ੍ਰੀਏਟ ਕਰਵਾਉਂਦੇ ਹੈ। ਅਤੇ ਹੁਣ ਇਹਦੇ ਵਿੱਚ ਕੀ ਹੈ ਕਿ ਜਿਨ੍ਹਾਂ ਨੂੰ ਜੋਬ ਚਾਹੀਦੀ ਹੈ ਉਹ ਆਪਣੀ ਡਿਟੇਲ ਇਹਨਾਂ ਨੂੰ ਦੇ ਕੇ ਜਾਂਦੇ ਅਤੇ ਇਹਨਾਂ ਦਾ ਕੰਪਨੀਜ਼ ਦੇ ਨਾਲ ਵੀ ਔਰ ਇੱਦਾਂ ਇੰਸਟੀਟਿਊਸ਼ਨਸ ਦੇ ਨਾਲ ਵੀ ਜਿਹੜੀਆਂ ਹੈਗੀਆਂ ਵਰਕਿੰਗ ਇੰਸਟੀਟਿਊਸ਼ਨ ਉਹਨਾਂ ਨਾਲ ਟਾਈਪ ਹੋਇਆ ਹੁੰਦਾ ਹੈ। ਅਤੇ ਜੇ ਉਹਨਾਂ ਨੂੰ ਕੋਈ ਪਰਸਨ ਚਾਹੀਦਾ ਉਹ ਵੀ ਇਹਨਾਂ ਨਾਲ ਕੰਸਲਟ ਕਰਦੇ ਹੈ। ਅਤੇ ਇਹ ਵੀ ਜਿਹੜੇ ਹੈਗੇ ਆ ਇੱਦਾਂ ਵਰਕਰ ਜਾਂ ਪਰਸਨਸ ਪ੍ਰੋਵਾਈਡ ਕਰਦੇ ਆ। ਕਿ ਲੇਬਰ ਯੂਨੀਅਨ, ਕਿ ਹੁਣ ਜਿਹੜੀ ਲੇਬਰ ਯੂਨੀਅਨ ਹੈ ਕਿ ਕਈ ਵਾਰ ਲੇਬਰ ਚਾਹੀਦੇ ਹੈ ਜਾਂ ਕੋਈ ਮੋਰ ਵਰਕਰ ਚਾਹੀਦੇ ਹੈ ਅਤੇ ਲੇਬਰ ਯੂਨੀਅਨਸ ਜਿਹੜੀਆਂ ਉਹ ਵੀ ਵਰਕਰ ਪ੍ਰੋਵਾਈਡ ਕਰਦੀਆਂ। ਇੱਦਾਂ ਹੀ ਲੇਬਰ ਕੰਟਰੈਕਟਰ ਜਿਹਨੂੰ ਆਪਾਂ ਸਿੰਪਲ ਲੈਂਗੁਏਜ ਵਿੱਚ ਕਹਿੰਦੇ ਹਾਂ ਠੇਕੇਦਾਰ, ਠੀਕ ਹੈ। ਹੁਣ ਮਤਲਬ ਕਿ ਜਦੋਂ ਕੋਈ ਕੰਸਟਰਕਸ਼ਨ ਕਰਨੀ ਹੈ, ਕੋਈ ਕੰਮ ਕਰਨੀ ਹੈ ਅਤੇ ਲੇਬਰਸ ਇਕੱਲਾ ਜਾ ਕੇ ਨਹੀਂ ਲੱਭਿਆ ਜਾਂਦਾ, ਲੇਬਰ ਕੰਟਰੈਕਟਰ ਨੂੰ ਕਿਹਾ ਜਾਂਦਾ ਅਤੇ ਲੇਬਰ ਕੰਟਰੈਕਟਰ ਜਾਂ ਠੇਕੇਦਾਰ ਉਹੀ ਵਰਕਸ ਨੂੰ ਲੇਬਰ ਨੂੰ ਲੈ ਕੇ ਆਉਂਦੀ ਹੈ। ਅੱਗੇ ਕੀ ਹੈ ਫੈਕਟਰੀ ਗੇਟ ਐਂਡ ਕੈਜੂਅਲ ਕਾਲਰ। ਹੁਣ ਜਿੱਦਾਂ ਜੋ ਹੈ ਫੈਕਟਰੀ ਦੇ ਗੇਟ 'ਤੇ ਐਡਵਰਟਾਈਜ਼ਮੈਂਟ ਲਗਾ ਦਿੱਤੀ ਜਾਂਦੀ ਹੈ ਲਿਖ ਕੇ ਕਿ ਇਸ ਵਰਕਰ ਚਾਹੀਦਾ ਜਾਂ ਇਹ ਪਰਸਨ ਚਾਹੀਦਾ ਹੈ, ਠੀਕ ਹੈ। ਇਹ ਜੋ ਹੈ ਸਭ ਤੋਂ ਚੀਪ ਐਂਡ ਈਜ਼ੀ ਵੇ ਹੈਗਾ ਹੈ ਐਡਵਰਟਾਈਜ਼ਮੈਂਟ ਕਰਨ ਦਾ, ਕਿਉਂਕਿ ਇਹਦੇ 'ਚ ਕੋਈ ਪੈਸਾ ਨਹੀਂ ਲੱਗਣਾ, ਇੱਕ ਸਿਰਫ ਪ੍ਰਿੰਟ ਆਊਟ ਕਰਕੇ ਲਗਾ ਦੇਣਾ ਹੈ, ਜਿਹਨੂੰ ਦੇਖ ਕੇ ਜੋਬ ਵਾਸਤੇ ਅਪਲਾਈ ਕਰਨ ਵਾਸਤੇ ਲੋਕ ਆ ਜਾਂਦੇ ਹੈ। ਐਂਡ ਵੇਟਿੰਗ ਲਿਸਟ ਕੀ ਹੈ ਕਿ ਫੋਰ ਐਗਜ਼ਾਮਪਲ 50 ਪਰਸਨਸ ਜਿਹੜੇ ਹੈਗੇ ਆ ਜੋਬ ਵਾਸਤੇ ਇੰਟਰਵਿਊ ਦੇਣ ਆਏ, ਜਿਹਦੇ 'ਚੋਂ ਕੀ ਹੈਗੇ ਹੁੰਦੇ ਸੀਗੇ 30 ਪਰਸਨ ਜਿਹੜੇ ਸੀਗੇ ਉਹਨਾਂ ਨੇ ਰੱਖਣੇ ਸੀਗੇ ਐਂਡ 50 'ਚੋਂ 30 ਰੱਖ ਲਏ ਐਂਡ 30 'ਚੋਂ ਮਤਲਬ ਕਿ 10 ਉਹਨਾਂ ਨੂੰ ਕੈਂਡੀਡੇਟਸ ਲੱਗੇ, ਸਟਿਲ 10 ਕੈਂਡੀਡੇਟਸ ਹੋਰ ਉਹਨਾਂ ਨੂੰ ਲੱਗੇ ਕਿ ਮਤਲਬ ਕਿ ਇਹ ਬੈਸਟ ਹੈਗੇ ਆ ਕੰਮ ਕਰਨ ਵਾਸਤੇ, ਰੱਖੇ ਜਾ ਸਕਦੇ, ਅਤੇ ਉਹਨਾਂ ਦੇ ਨੇਮ ਜੋ ਹੈ ਉਹ ਵੇਟਿੰਗ ਲਿਸਟ ਵਿੱਚ ਪਾ ਦਿੰਦੇ ਆ। ਅਤੇ ਹੁਣ 30 ਜਿਹੜੇ ਉਹਨਾਂ ਨੇ ਅਪਾਇੰਟ ਕੀਤੇ ਆ ਹੋ ਸਕਦਾ ਉਹਦੇ 'ਚੋਂ 25 ਹੀ ਜੋ ਹੈ ਜੋਬ ਨੂੰ ਜੁਆਇਨ ਕਰਨ, ਬਾਕੀ ਅਦਰ 5 ਜੁਆਇਨ ਨਾ ਕਰਨ। ਉਸ ਕੇਸ 'ਤੇ ਜਿਹੜੇ ਇੱਧਰੋਂ 10 ਜਿਹੜੇ ਪਰਸਨ ਉਹਨਾਂ ਨੇ ਵੇਟਿੰਗ ਲਿਸਟ ਵਿੱਚ ਰੱਖੇ ਸੀ ਉਹਨਾਂ 'ਚੋਂ ਆਊਟ ਆਫ ਡੈਟ 5 ਉਹ ਬੈਸਟ ਕਾਲ ਕਰ ਲਓਗੇ। ਹੁਣ ਕੈਜੂਅਲ ਐਪਲੀਕੈਂਟਸ ਕੀ ਹੁੰਦਾ ਕਿ ਮਤਲਬ ਕਿ ਕਈ ਵਾਰ ਕਿਤੇ ਕੋਈ ਵੈਕੈਂਸੀ ਨਹੀਂ ਹੁੰਦੀ, ਕੁਝ ਵੀ ਨਹੀਂ ਹੁੰਦਾ, ਬਟ ਅਸੀਂ ਕਈ ਵਾਰ ਉੱਦਾਂ ਹੀ ਬਿਨਾਂ ਮਤਲਬ 'ਚ ਹੀ ਰਿਜ਼ਿਊਮ ਦੇਣ ਚਲਾ ਜਾਈਦਾ ਹੈ, ਜਾਂ ਮਤਲਬ ਕਿ ਕਿਸੇ ਵੀ ਇੰਸਟੀਟਿਊਸ਼ਨ ਕੋਲ ਕੋਈ ਵੀ ਰਿਜ਼ਿਊਮਸ ਜੋ ਇੱਦਾਂ ਹੀ ਪਏ ਹੁੰਦੇ ਉਹਨਾਂ 'ਚੋਂ ਵੀ ਕਈ ਵਾਰ ਕਾਲ ਜਿਹੜੇ ਆ ਪਰਸਨ ਕਰ ਲਿੱਤੇ ਜਾਂਦੇ, ਠੀਕ ਹੈ। ਇਹ ਜਿਹੜੇ ਹੈਗੇ ਆ ਐਕਸਟਰਨਲ ਸੋਰਸਿਸ ਹੈਗੇ। ਅੱਗੇ ਐਡਵਾਂਟੇਜ ਕੀ ਐਕਸਟਰਨਲ ਸੋਰਸਿਸ ਹੈ, ਸਭ ਤੋਂ ਪਹਿਲਾਂ ਇਹ ਹੈ ਕਿ ਇਹ ਲਾਰਜ ਨੰਬਰ ਆਫ ਐਪਲੀਕੈਂਟ ਇਹਦੇ ਨਾਲ ਸਾਨੂੰ ਮਿਲਦੇ ਹੈ, ਇੰਨਾ ਸਾਨੂੰ ਵਰਾਇਟੀ ਆਫ ਦਾ ਪਰਸਨਸ ਮਿਲਦੇ ਆ ਜਿਨ੍ਹਾਂ ਨੂੰ ਅਸੀਂ ਜੋਬ ਵਾਸਤੇ ਰੱਖ ਸਕਦੇ ਹਾਂ। ਇਹਦੇ ਅੱਗੇ ਨੈਕਸਟ ਪੁਆਇੰਟ ਹੈਗਾ ਵਾਈਡ ਚੋਇਸ। ਇਹਦੇ ਨਾਲ ਸਾਨੂੰ ਬਹੁਤ ਵਰਾਇਟੀ ਮਿਲਦੀ ਹੈ। ਜਿੱਦਾਂ ਫੋਰ ਐਗਜ਼ਾਮਪਲ ਅਸੀਂ ਔਰਗਨਾਈਜੇਸ਼ਨ ਵਿੱਚ 30 ਪਰਸਨ ਰੱਖਣੇ ਪਰ ਸਾਨੂੰ 100 ਮਿਲ ਗਏ ਅਤੇ ਸਾਨੂੰ ਮਤਲਬ ਕਿ 100 ਮਿਲ ਗਏ, ਠੀਕ ਹੈ। ਹੁਣ ਇੱਥੇ ਕੀ ਅਸੀਂ ਸਾਡੇ ਕੋਲ ਚੋਇਸ ਅਵੇਲਡ ਹੈ, ਆਊਟ ਆਫ ਡੈਟ ਚੋਇਸ ਅਸੀਂ ਬੈਸਟ ਪਰਸਨ ਰੱਖਾਂਗੇ ਐਂਡ ਇਹਦੇ ਨਾਲ ਕੀ ਹੈ ਇਨੋਵੇਟਿਵ ਇੰਪਲੋਈ ਵੀ ਅਸੀਂ ਚੂਜ਼ ਕਰ ਸਕਦੇ, ਕਿਉਂਕਿ ਨਿਊ ਐਜੂਕੇਟਿਡ ਪਰਸਨ ਬਾਹਰੋਂ ਜਿਹੜੇ ਹੋਰ ਪਰਸਨ ਆ ਰਹੇ ਹੈ ਉਹ ਜ਼ਿਆਦਾ ਇੰਟੈਲੀਜੈਂਟ ਹੋ ਸਕਦੇ ਆ, ਆਊਟਲੁੱਕ ਅੱਛਾ ਹੋ ਸਕਦਾ ਹੈ, ਠੀਕ ਹੈ, ਉਹ ਪਰਸਨਸ ਵੀ ਸਾਨੂੰ ਮਿਲਦੇ ਹੈ। ਐਂਡ ਇਹਦੇ ਜਿਹੜੇ ਐਕਸਟਰਨਲ ਸੋਰਸਿਸ ਦੇ ਨਾਲ ਵਾਈਡ ਐਂਡ ਵਰਾਇਟੀ ਆਫ ਦਾ ਪਰਸਨਸ ਅਸੀਂ ਚੂਜ਼ ਕਰ ਸਕਦੇ ਹਾਂ। ਐਂਡ ਇਹਦੇ ਨਾਲ ਕੀ ਹੈ ਕਿ ਔਰਗਨਾਈਜੇਸ਼ਨ ਨੂੰ ਇੱਕ ਨਵਾਂ ਫੇਸ ਵੀ ਜੋ ਹੈ ਮਿਲਦਾ ਹੈ, ਕਿਉਂਕਿ ਜਦੋਂ ਅਸੀਂ ਇੰਟਰਨਲ ਔਰਗਨਾਈਜੇਸ਼ਨ ਤੋਂ ਹੀ ਪਰਸਨ ਰੱਖ ਲੈਂਦੇ ਹਾਂ, ਫੋਰ ਐਗਜ਼ਾਮਪਲ ਸੁਪਰਵਾਈਜ਼ਰ ਤੋਂ ਮੈਨੇਜਰ ਬਣਾ ਦਿੰਦੇ ਹਾਂ, ਤਾਂ ਉਹੀ ਪਰਸਨ ਹੀ ਹੋਇਆ, ਠੀਕ ਹੈ। ਬਟ ਜਦੋਂ ਇਹਦੇ 'ਚ ਕੀ ਹੈ ਕਿ ਇਹਦੇ 'ਚ ਨਵਾਂ ਪਰਸਨ ਮਿਲਦਾ ਹੈ ਐਂਡ ਇਹਦੇ ਨਾਲ ਕੀ ਐਗਜ਼ਿਸਟਿੰਗ ਸਟਾਫ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਉਹ ਹੋਰ ਵਧੀਆ ਕੰਮ ਕਰਨ, ਕਿਉਂਕਿ ਜੇ ਵਧੀਆ ਕੰਮ ਨਹੀਂ ਕਰਨਗੇ ਤਾਂ ਬਾਹਰੋਂ ਕੋਈ ਪਰਸਨ ਅਪਾਇੰਟ ਕੀਤਾ ਜਾ ਸਕਦਾ ਹੈਗਾ।
ਐਂਡ ਇਹਦੇ ਡਿਸਐਡਵਾਂਟੇਜ ਵੀ ਐਕਸਟਰਨਲ ਸੋਰਸਿਸ ਹੈ ਕਿ ਕਈ ਵਾਰ ਜਿਹਦੇ ਇਹਦੇ ਨਾਲ ਕੀ ਹੁੰਦਾ ਕਿ ਜਿਹੜੇ ਐਗਜ਼ਿਸਟਿੰਗ ਇੰਪਲੋਈਜ਼ ਹੈ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਅਗਰ ਕੋਈ ਵੈਕੈਂਟ ਪਲੇਸ ਖਾਲੀ ਹੋ ਗਈ ਇਹਨਾਂ ਨੇ ਬਾਹਰੋਂ ਫਿਲ ਕਰ ਲੈਣੀ ਹੈ ਅਤੇ ਉਹਨਾਂ ਦਾ ਜਿਹੜਾ ਮੋਰਲ ਜਿਹੜਾ ਹੈਗਾ ਉਹ ਘੱਟ ਜਾਂਦਾ, ਉਹ ਵਧੀਆ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾਉਂਦੇ। ਐਂਡ ਜਿਹੜਾ ਇਸ ਤਰੀਕੇ ਦੇ ਨਾਲ ਰਿਕਰੂਟਮੈਂਟ ਐਪਲੀਕੇਸ਼ਨ ਕਾਲ ਕਰਨੀ ਆ ਇਹ ਟਾਈਮ ਕੰਜ਼ਿਊਮਿੰਗ, ਇਹਦੇ 'ਚ ਟਾਈਮ ਵੀ ਬਹੁਤ ਲੱਗਦਾ ਐਂਡ ਇਹ ਮਹਿੰਗਾ ਵੀ ਤਰੀਕਾ ਬਹੁਤ ਹੈ। ਐਂਡ ਇਹਦੇ ਨਾਲ ਜਿਹੜੇ ਐਟ ਪ੍ਰੈਜੈਂਟਲੀ ਜਿਹੜੇ ਵਰਕਰ ਹੈ ਉਹਨਾਂ 'ਚ ਇਨਸਿਕਿਉਰਿਟੀ ਫੀਲ ਹੁੰਦੀ ਹੈ ਜਿਹਦੇ ਨਾਲ ਉਹ ਅੱਛਾ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੇ। ਐਂਡ ਕਈ ਵਾਰ ਜਿਹੜੇ ਨਿਊ ਇੰਪਲੋਈਜ਼ ਹੁੰਦੇ ਹੈ, ਠੀਕ ਹੈ, ਉਹ ਨਵੇਂ ਇਨਵਾਇਰਮੈਂਟ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਐਡਜਸਟ ਵੀ ਨਹੀਂ ਕਰ ਪਾਉਂਦੇ, ਜਿਹਦੇ ਕਰਕੇ ਕਈ ਸਾਰੀਆਂ ਪ੍ਰੋਬਲਮਸ ਆਉਂਦੀਆਂ। ਅਤੇ ਇਹ ਜੋ ਹੈ ਐਕਸਟਰਨਲ ਸੋਰਸਿਸ ਦੇ ਡਿਸਐਡਵਾਂਟੇਜ ਹੈ। ਯਾਨੀ ਕਿ ਜਦੋਂ ਵੀ ਕੋਈ ਔਰਗੇਨਾਈਜੇਸ਼ਨ ਹੈ ਉਹਨੇ ਜਦੋਂ ਵੀ ਕੋਈ ਇੰਪਲੋਈ ਜਿਹੜਾ ਹੈਗਾ ਅਪੋਇੰਟ ਕਰਨਾ, ਉਸ ਕੇਸਿਸ ਦੇ ਵਿੱਚ ਸੋਰਸਿਸ ਨੂੰ ਬਹੁਤ ਧਿਆਨ ਦੇ ਵਿੱਚ ਯੂਜ਼ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਕਿੱਦਾਂ ਇਨੋਵੇਟਿਵ ਪਰਸਨ ਚਾਹੀਦਾ ਹੈ ਔਰ ਨਿਊ ਆਊਟਲੁੱਕ ਵਾਲਾ ਚਾਹੀਦਾ ਹੈ, ਫਿਰ ਤਾਂ ਐਕਸਟਰਨਲ ਸੋਰਸਿਸ ਨੂੰ ਉਹ ਪ੍ਰੈਫਰ ਕਰਨਗੇ। ਬਟ ਅਗਰ ਮਤਲਬ ਕਿ ਉਹਨਾਂ ਨੂੰ ਸਕਿਲਡ ਚਾਹੀਦਾ ਹੈ ਜਾਂ ਫਿਰ ਐਕਸਪੀਰੀਅੰਸ ਪਰਸਨ ਚਾਹੀਦਾ ਹੈ, ਫਿਰ ਇੰਟਰਨਲ ਸੋਰਸਿਸ ਜਿਹੜਾ ਹੈਗਾ ਉਹ ਉਹਨੂੰ ਚੂਜ਼ ਕਰੂਗੇ, ਠੀਕ ਹੈ। ਯਾਨੀ ਕਿ ਜਦੋਂ ਇਸ ਕੇਸ 'ਤੇ ਕੀ ਹੈ ਕਿ ਜਦੋਂ ਵੀ ਕੋਈ ਔਰਗੇਨਾਈਜੇਸ਼ਨ ਹੈ ਉੱਤੇ ਕੋਈ ਇੰਪਲੋਈ ਚਾਹੀਦਾ ਹੈ ਅਤੇ ਸੋਰਸ ਨੂੰ ਬਹੁਤ ਹੀ ਧਿਆਨ ਦੇ ਨਾਲ ਚੂਜ਼ ਕਰਨਾ ਚਾਹੀਦਾ, ਠੀਕ ਹੈ। ਅੱਗੇ ਇਹਦੇ ਵਿੱਚ ਲਾਸਟ ਜੋ ਇਹਦਾ ਕਨਸੈਪਟ ਰਹਿ ਗਿਆ ਇੰਟਰਨਲ ਐਂਡ ਐਕਸਟਰਨਲ ਰਿਕਰੂਟਮੈਂਟ ਦਾ ਡਿਫਰੈਂਸ। ਇੰਟਰਨਲ ਜਿਹੜੇ ਰਿਕਰੂਟਮੈਂਟ ਹੈ ਇਹਦੇ 'ਚ ਜਿਹੜੇ ਇੰਪਲੋਈਜ਼ ਹੈ ਵਿਦਿਨ ਦਾ ਔਰਗੇਨਾਈਜੇਸ਼ਨ ਤੋਂ ਚੂਜ਼ ਕੀਤਾ ਜਾਂਦਾ ਹੈ, ਐਕਸਟਰਨਲ ਦੇ ਵਿੱਚ ਆਊਟਸਾਈਡ ਆਫ ਦਾ ਔਰਗੇਨਾਈਜੇਸ਼ਨ ਤੋਂ ਕੀਤਾ ਜਾਂਦਾ ਹੈ। ਇੰਟਰਨਲ ਜੋ ਹੈ ਇਕਨੋਮਿਕਲ ਸੋਰਸ ਹੈ, ਠੀਕ ਹੈ, ਇਹਦੇ ਵਿੱਚ ਖਰਚਾ ਨਹੀਂ ਲੱਗਦਾ, ਅਤੇ ਐਕਸਟਰਨਲ ਜਿਹੜਾ ਹੈਗਾ ਉਹ ਕੋਸਟਲੀਅਰ ਹੈ। ਇੰਟਰਨਲ ਦੇ ਵਿੱਚ ਜਿਹੜੇ ਪ੍ਰੈਜ਼ੈਂਟ ਇੰਪਲੋਈ ਹੈ ਉਹਨਾਂ ਨੂੰ ਵਰਕ ਹਾਰਡ ਦੀ ਮੋਟੀਵੇਸ਼ਨ ਮਿਲਦੀ ਹੈ, ਅਤੇ ਐਕਸਟਰਨਲ ਦੇ ਵਿੱਚ ਜਿਹੜਾ ਹੈਗਾ ਜਿਹੜੇ ਪ੍ਰੈਜ਼ੈਂਟ ਜਿਹੜੇ ਇੰਪਲੋਈ ਉਹਨਾਂ ਨੂੰ ਡਿਸਸੈਟਿਸਫੈਕਸ਼ਨ ਹੁੰਦੀ ਹੈ। ਇਹਦੇ ਵਿੱਚ ਇੰਟਰਨਲ ਦੇ ਵਿੱਚ ਚੋਇਸ ਆਫ ਦਾ ਕੈਂਡੀਡੇਟ ਲਿਮਿਟਿਡ ਹੈ, ਐਕਸਟਰਨਲ ਦੇ ਵਿੱਚ ਚੋਇਸ ਆਫ ਦਾ ਜਿਹੜੀ ਹੈਗੀ ਆ ਉਹ ਲਾਰਜ ਹੈਗੀ ਹੈ। ਇੰਟਰਨਲ ਦੇ ਵਿੱਚ ਸੀਨੀਅਰਿਟੀ ਬੇਸਿਸ 'ਤੇ ਜਿਹੜੀ ਹੈਗੀ ਹੈ ਰਿਕਰੂਟਮੈਂਟ ਹੁੰਦੀ ਹੈ, ਐਂਡ ਐਕਸਟਰਨਲ ਦੇ ਬੇਸਿਸ 'ਤੇ ਮੈਰਿਟ ਬੇਸਿਸ 'ਤੇ ਇੰਟੈਲੀਜੈਂਸ ਬੇਸਿਸ 'ਤੇ ਹੁੰਦੀ ਹੈ। ਐਂਡ ਇੰਟਰਨਲ ਬੇਸ ਜਿਹੜੀ ਹੈਗੀ ਹੈ ਰਿਕਰੂਟਮੈਂਟ ਇਹ ਲੈਸ ਟਾਈਮ ਕੰਜ਼ਿਊਮ ਕਰਦੀ ਹੈ, ਜਿਹੜੀ ਐਕਸਟਰਨਲ ਰਿਕਰੂਟਮੈਂਟ ਹੈਗੀ ਹੈ ਇਹ ਕਾਫੀ ਜ਼ਿਆਦਾ ਟਾਈਮ ਔਰ ਮਨੀ ਯੂਜ਼ ਕਰਦੀ ਹੈ। ਥੈਂਕ ਯੂ ਸਟੂਡੈਂਟਸ ਫॉर ਵਾਚਿੰਗ ਦਿਸ।